एग्रीगेट सप्लाई बारे इस तो इलावा होर भी अपने मतलब कॉन्सैप्ट ने जिहड़े अपने वीडियो दे विच लर्न करने ने। तां पहलां देखो जी एग्रीगेट सप्लाई की है। एग्रीगेट सप्लाई का मतलब जो भी प्रोडक्शन आ प्लान करी गई है जो अपनी कंट्री के प्रोड्यूसर ने उन्होंने द्वारा एक अकाउंटिंग ईयर दे विच उन्होंने आपां एग्रीगेट सप्लाई कहने हैं। अपनी एग्रीगेट सप्लाई की है जो अपने कंट्री के प्रोड्यूसर्स ने जिन्ने भी हैगे ने उन्होंने द्वारा जो प्रोडक्शन प्लान करी गई है कहते उन्होंने एक अकाउंटिंग ईयर दे विच उन्होंने आपां की कहने आ एग्रीगेट सप्लाई कहने आ। कहने भी जो अपना एग्रीगेट सप्लाई आ भी जे प्रोडक्शन हो तां कंट्री दे विच जिहड़ा अपना गुड्स एंड सर्विस आ उहदा की होना वा जी फ्लो होगा। तां कहते हुण एग्रीगेट जिहड़ी सप्लाई आ इहनूं आपां आइडेंटिकल कहने आ इनकम दे। हुण आपां जो अपनी एग्रीगेट सप्लाई आ कहने उहनूं आपां आइडेंटिकल कहने आ इनकम दे। ओहदा कहने कारण आ कहने हुण जे कंट्री दे विच प्रोडक्शन होऊगी ਤਾਂ ਪ੍ਰੋਡਕਸ਼ਨ ਦੇ ਨਾਲ ਮਤਲਬ ਕੰਟਰੀ ਦੇ ਵਿੱਚ ਕੀ ਹੋ ਰਹੀ ਹੈ ਜੀ ਮਤਲਬ ਵੈਲਿਊ ਐਡ ਹੋ ਰਹੀ ਹੈ। ਵੈਲਿਊ ਐਡੀਸ਼ਨ ਹੋਊਗੀ ਜੀ ਆਪਣੀ ਕੰਟਰੀ ਦੇ ਵਿੱਚ। ਤਾਂ ਜੇ ਵੈਲਿਊ ਐਡੀਸ਼ਨ ਹੋਊਗੀ ਉਹਦੇ ਨਾਲ ਕੰਟਰੀ ਦੇ ਵਿੱਚ ਕੀ ਹੋ ਜਾਣੀ ਹੈ ਆਪਣੀ ਇਨਕਮ ਜਨਰੇਟ ਹੋਊਗੀ। ਠੀਕ ਹੈ ਜੀ ਕਿਉਂਕਿ ਜੇ ਪ੍ਰੋਡਕਸ਼ਨ ਹੋ ਰਹੀ ਹੈ ਵੈਲਿਊ ਐਡ ਹੋ ਰਹੀ ਹੈ ਕਿਉਂਕਿ ਜੇ ਪ੍ਰੋਡਕਸ਼ਨ ਹੋ ਤਾਂ ਪ੍ਰੋਡਿਊਸਰ ਦੁਆਰਾ ਜਿਹੜਾ ਆਪਣਾ ਹਾਊਸ ਹੋਲਡ ਸੈਕਟਰ ਆ ਉਤੋਂ ਫੈਕਟਰ ਸਰਵਿਸ ਲਈਆਂ ਹੋਣਗੀਆਂ ਜਿਹਦੇ ਬਦਲੇ ਜਿਹਦੀ ਹੈਲਪ ਦੇ ਨਾਲ ਆਪਣੇ ਪ੍ਰੋਡਕਸ਼ਨ ਕਰੀ ਹੋਊਗੀ। ਤਾਂ ਜਿਹੜਾ ਪ੍ਰੋਡਿਊਸਰ ਆ ਉਹਨਾਂ ਨੂੰ ਕੀ ਆ ਪ੍ਰੋਵਾਈਡ ਕਰਦਾ ਫੈਕਟਰ ਪੇਮੈਂਟ ਜੋ ਰੈਂਟ ਵਗੈਰਾ ਵੇਜਸ ਆਪਣਾ ਕੰਪਨਸੇਸ਼ਨ ਆਫ EMPLOYE ਆ ਇੰਟਰਸਟ ਆ ਤਾਂ ਉਹ ਮਤਲਬ ਲੋਕਾਂ ਦੀ ਕੀ ਬਣ ਜਾਂਦੀ ਹੈ ਜੀ ਇਨਕਮ ਬਣ ਜਾਂਦੀ ਹੈ। ਇਸ ਕਰਕੇ ਜੇ ਪ੍ਰੋਡਕਸ਼ਨ ਹੁੰਦੀ ਦਾ ਮਤਲਬ ਵੈਲਿਊ ਐਡੀਸ਼ਨ ਹੋ ਰਹੀ ਹੈ ਆਪਾਂ ਪ੍ਰੋਡਕਸ਼ਨ ਕਰ ਰਹੇ ਹਾਂ ਫੈਕਟਰ ਜਿਹੜੀਆਂ ਸਰਵਿਸ ਉਹ ਲੈ ਰਹੇ ਹਾਂ ਤਾਂ ਉਹਦੇ ਬਦਲੇ ਆਪਾਂ ਫੈਕਟਰ ਪੇਮੈਂਟ ਕਰਾਂਗੇ ਜਿਹਦੇ ਨਾਲ ਕੀ ਆ ਇਨਕਮ ਜਨਰੇਟ ਹੁੰਦੀ ਆ। ਇਸ ਕਰਕੇ ਆਪਾਂ ਐਗਰੀਗੇਟ ਸਪਲਾਈ ਨੂੰ ਕਿਹਦੇ ਆਇਡੈਂਟੀਕਲ ਕਹਿੰਦੇ ਆ ਇਨਕਮ ਦੇ। ਹੁਣ ਜਿਹੜਾ ਆਪਣਾ ਇਨਕਮ ਆ इनकम ਦੇ ਆਪਣੇ ਦੋ ਕੰਪੋਨੈਂਟ ਹੁੰਦੇ ਨੇ C ਐਂਡ S। C ਦਾ ਮਤਲਬ ਹੋ ਗਿਆ ਜੀ ਆਪਣਾ ਕੰਜ਼ੰਪਸ਼ਨ ਕਿਉਂਕਿ ਜੋ ਆਪਾਂ ਇਨਕਮ ਅਰਨ ਕਰੀ ਆ ਉਹਦੇ ਵਿੱਚ ਹੀ ਆਪਾਂ ਨੇ ਕੀ ਕਰਨਾ ਵਾ ਉਹਨੂੰ ਖਰਚ ਕਰਾਂਗੇ। ਕੰਜ਼ੰਪਸ਼ਨ ਐਕਸਪੈਂਡੀਚਰ ਹੋਣਗੇ ਜੀ ਆਪਣੇ ਠੀਕ ਹੈ ਜੀ ਕੰਜ਼ੰਪਸ਼ਨ ਜੋ ਵੀ ਆਪਾਂ ਖਰਚਾ ਕਰਨਾ ਵਾ। ਤੇ ਜੇ ਆਪਣੀ ਜਿਹੜੀ S ਉਹ ਆਪਣੀ ਹੈਗੀ ਹੈ ਜੀ ਸੇਵਿੰਗ ਤਾਂ ਸੇਵਿੰਗ ਠੀਕ ਹੈ ਜੀ ਦੋਨਾਂ ਨੂੰ ਮਿਲਾ ਕੇ ਆਪਣੀ ਇਨਕਮ ਆ। ਇਸ ਕਰਕੇ ਵੀ ਜੋ ਆਪਣੀ ਐਗਰੀਗੇਟ ਸਪਲਾਈ ਆ ਉਹਦੇ ਆਪਾਂ ਕੰਪੋਨੈਂਟ ਵੀ ਇਹੀ ਲਿਖਦੇ ਆ C + S ਠੀਕ ਹੈ ਜੀ ਕਿਉਂਕਿ ਜਿਹੜੀ ਆਪਣੀ ਐਗਰੀਗੇਟ ਸਪਲਾਈ ਉਹ ਆਇਡੈਂਟੀਕਲ ਆ Y ਦੇ ਤੇ ਜਿਹੜੀ ਆਪਣੀ Y ਆਇਡੈਂਟੀਕਲ ਉਹ ਆਪਣੀ ਐਗਰੀਗੇਟ ਸਪਲਾਈ ਦੀ। ਤਾਂ ਇਸ ਤਰ੍ਹਾਂ ਇਸ ਕਰਕੇ ਇੱਕ ਦੂਜੇ ਨੂੰ ਆਪਾਂ ਇਹਨਾਂ ਦੇ ਇੱਕ ਦੂਜੇ ਨੂੰ ਕੀ ਆ ਆਇਡੈਂਟੀਕਲ ਕਹਿੰਦੇ ਆ ਇੱਕ ਦੂਜੇ ਦੇ ਲਈ। ਤਾਂ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਐਗਰੀਗੇਟ ਸਪਲਾਈ ਸ਼ਡਿਊਲ ਇਹ ਕੀ ਇੱਕ ਟੇਬਲ ਆ ਜੋ ਆਪਾਂ ਨੂੰ ਡਾਟਾ ਸ਼ੋ ਕਰਦਾ ਵਾ ਵੀ ਆਪਣਾ ਡਿਫਰੈਂਟ ਇਨਕਮ ਦੇ ਲੈਵਲ ਦੇ ਅਕੋਰਡਿੰਗ ਆਪਾਂ ਕਿੰਨੀ ਸਪਲਾਈ ਕਰ ਰਹੇ ਹਾਂ। ਠੀਕ ਹੈ ਜੀ ਹੁਣ ਦੋਨੋਂ ਦੇ ਇੱਕੋ ਵੈਲਿਊ ਸੇਮ ਨੇ। ਹੁਣ ਆਪਣੇ ਪਹਿਲੀ ਇਹਦਾ ਕਨਸੈਪਟ ਪੜਿਆ ਵੀ ਜੋ ਆਪਣੀ ਐਗਰੀਗੇਟ ਸਪਲਾਈ ਹੈ ਉਹ ਆਇਡੈਂਟੀਕਲ ਆ ਇਨਕਮ ਦੇ। ਉਹਦਾ ਆਪਣੇ ਪ੍ਰੋਸੈਸ ਉਹਦਾ ਮੀਨਿੰਗ ਉਹਦਾ ਰੀਜ਼ਨ ਵੀ ਸਮਝਿਆ ਵੀ ਉਹਨੂੰ ਆਪਾਂ ਇਨਕਮ ਦੇ ਕਿਉਂ ਆਇਡੈਂਟੀਕਲ ਕਹਿੰਦੇ ਆ ਵੀ ਜੇ ਪ੍ਰੋਡਕਸ਼ਨ ਹੁੰਦਾ ਵੈਲਿਊ ਐਡੀਸ਼ਨ ਹੋਊਗੀ ਕੰਟਰੀ 'ਚ ਜੇ ਵੈਲਿਊ ਐਡੀਸ਼ਨ ਹੋਊਗੀ ਤਾਂ ਇਨਕਮ ਜਨਰੇਟ ਹੋਊਗੀ। ਇਸ ਕਰਕੇ ਐਗਰੀਗੇਟ ਸਪਲਾਈ ਨੂੰ ਆਪਾਂ ਕੀ ਹੈ ਜੀ ਇਨਕਮ ਦੇ ਆਇਡੈਂਟੀਕਲ ਕਹਿੰਦੇ ਆ। ਤੇ ਉਸ ਤੋਂ ਬਾਅਦ ਅਗਲੀ ਐਗਰੀਗੇਟ ਸਪਲਾਈ ਜਿਹੜੀ ਆਪਣੀ ਕਰਵ ਉਹ ਕੀ ਹੁੰਦੀ ਆ ਜੋ ਐਗਰੀਗੇਟ ਸਪਲਾਈ ਕਰਵ ਆ ਉਹ ਗ੍ਰਾਫਿਕਲ ਪ੍ਰੈਜੈਂਟੇਸ਼ਨ ਆ ਕਿਹਦੀ ਐਗਰੀਗੇਟ ਸਪਲਾਈ ਸ਼ਡਿਊਲ ਦੀ। ਜਦੋਂ ਆਪਾਂ ਐਗਰੀਗੇਟ ਸਪਲਾਈ ਸ਼ਡਿਊਲ ਆ ਨੂੰ ਆਪਾਂ ਗ੍ਰਾਫ ਦੇ ਉੱਪਰ ਸ਼ੋ ਕਰਦੇ ਹਾਂ ਆਪਣੀ ਕੀ ਆ ਐਗਰੀਗੇਟ ਸਪਲਾਈ ਕਰਵ ਬਣ ਜਾਂਦੀ ਹੈ ਜੋ ਆਪਣੇ ਡਾਟਾ ਨੂੰ ਆਪਣੇ ਕੀ ਆ ਇੱਕ ਡਾਇਗਰਾਮ ਦੇ ਥਰੂ ਸ਼ੋ ਕਰ ਰਹੀ ਹੈ ਤਾਂ ਉਹ ਆਪਣੀ ਕੀ ਬਣੀ ਹੁੰਦੀ ਹੈ ਐਗਰੀਗੇਟ ਸਪਲਾਈ ਕਰਵ ਆ ਜੋ ਆਪਣਾ ਇਧਰ ਆ ਜੀ ਇਨਕਮ ਸ਼ੋ ਕਰ ਰਹੇ ਹਾਂ ਆਪਾਂ ਇਧਰ ਐਗਰੀਗੇਟ ਸਪਲਾਈ ਹੈ। ਸੋ ਕਰਾਂਗੇ ਆਪਾਂ ਕੰਜ਼ੰਪਸ਼ਨ ਫੰਕਸ਼ਨ। कंजम्पशन फंक्शन कहते अपना रिलेशनशिप शो करता बिटवीन C एंड Y। C का मतलब कि जी अपना कंजम्पशन जो अपने एक्सपेंडिचर ने जी ते Y अपनी की है जी इनकम। ਇਹਨਾਂ ਦੇ ਵਿੱਚ ਜੋ ਰਿਲੇਸ਼ਨ ਨੂੰ ਆਪਾਂ ਕੰਜੰਪਸ਼ਨ ਫੰਕਸ਼ਨ ਕਹਿੰਦੇ ਆ ਕਹਿੰਦੇ ਵੀ ਜੋ ਆਪਣੇ ਕੰਜੰਪਸ਼ਨ ਐਕਸਪੈਂਡੀਚਰ ਨੇ ਉਹ ਮੇਨ ਪਾਰਟ ਨੇ ਐਗਰੀਗੇਟ ਡਿਮਾਂਡ ਦਾ ਜਿਹੜੇ ਹਾਊਸ ਹੋਲਡ ਸੈਕਟਰ ਦੁਆਰਾ ਕੀ ਕਰੇ ਜਾਂਦੇ ਨੇ। ਤਾਂ ਉਹ ਆਪਣੀ ਹਾਊਸ ਹੋਲਡ ਸੈਕਟਰ ਆਪਣੇ ਇਨਕਮ ਦੇ ਵਿੱਚੋਂ ਕੀ ਕਰਨਗੇ ਜੀ ਮਤਲਬ ਖਰਚ ਕਰਨਗੇ ਤਾਂ ਉਹਨਾਂ ਦੇ ਵਿੱਚੋਂ ਇਨਕਮ ਦੇ ਕੰਜੰਪਸ਼ਨ ਆ ਜੋ ਕੰਜੰਪਸ਼ਨ ਐਕਸਪੈਂਡੀਚਰ ਕਰ ਰਹੇ ਨੇ ਤੇ ਇਨਕਮ ਉਹਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਆ ਉਹ ਆਪਾਂ ਕੀ ਕਹਿੰਦੇ ਆ ਜੀ ਕੰਜੰਪਸ਼ਨ ਫੰਕਸ਼ਨ ਕਹਿੰਦੇ ਆ। ਕਹਿੰਦੇ ਜੋ ਆਪਣੀ ਇਨਕਮ ਜ਼ੀਰੋ ਆਪਾਂ ਫਿਰ ਵੀ ਕੁਝ ਪਰਸੈਂਟ ਆਪਾਂ ਖਰਚਾ ਕਰਦੇ ਆ। ਕਹਿੰਦੇ ਹੁਣ ਜੇ ਇਨਕਮ ਜ਼ੀਰੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕੁਝ ਖਾਵਾਂਗੇ ਪੀਵਾਂਗੇ ਨਹੀਂ ਆਪਾਂ ਤਾਂ ਉਹ ਆਪਣੀਆਂ ਬੇਸਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਾਂ ਜਾਂ ਤਾਂ ਜੋ ਪਹਿਲਾਂ ਆਪਣੀ ਸੇਵਿੰਗ ਕਰੀ ਹੋਈ ਉਹਨੂੰ ਆਪਾਂ ਯੂਜ਼ ਕਰਾਂਗੇ ਜਾਂ ਆਪਾਂ ਲੋਨ ਲੈ ਕੇ ਆਪਾਂ ਕੀ ਆ ਮਤਲਬ ਆਪਣੀ ਜੋ ਵਾਂਟਸ ਨੇ ਬੇਸਿਕ ਉਹ ਫੁੱਲਫਿਲ ਕਰਾਂਗੇ ਜੀ। ਤਾਂ ਕਹਿੰਦੇ ਵੀ ਜਿਹੜੀ ਆਪਣੀ ਇਨਕਮ ਜ਼ੀਰੋ ਤੇ ਜੋ ਆਪਾਂ ਕੁਝ ਪਰਸੈਂਟ ਖਰਚਾ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਆਟੋਨੋਮਸ ਕੰਜ਼ੰਪਸ਼ਨ ਕਹਿੰਦੇ ਆ ਜੀ।
ਤੇ ਉਸ ਤੋਂ ਬਾਅਦ ਜੇ ਕੋਈ ਆਪਣਾ 25 ਇੱਕ ਮਿਨੀਮਮ ਲੈਵਲ ਆਫ ਕੰਜ਼ੰਪਸ਼ਨ ਜੋ ਆਪਣਾ ਇਨਕਮ ਜਦੋਂ ਜ਼ੀਰੋ ਹੁੰਦੀ ਹੈ ਉਸ ਟਾਈਮ ਆਪਾਂ ਕਰਦੇ ਆ ਇਨਕਮ ਇਨਕਰੀਜ਼ ਹੋ ਰਹੀ ਹੈ ਆਪਣੇ ਕੰਜ਼ੰਪਸ਼ਨ ਜੋ ਹੈ ਆਪਣੀ ਉਹ ਵੀ ਕੀ ਇਨਕਰੀਜ਼ ਹੋ ਰਹੀ ਆ ਤਾਂ ਦੋਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਆ ਪੋਜ਼ਿਟਿਵ ਆ ਕਿਉਂਕਿ ਜੇ ਆਪਣੀ ਇਨਕਮ ਵਧੂਗੀ ਤਾਂ ਆਪਣੇ ਖਰਚੇ ਇਨਕਰੀਜ਼ ਹੋਣਗੇ ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਰੇਟ ਤੇ ਇਨਕਮ ਇਨਕਰੀਜ਼ ਹੋ ਰਹੀ ਹੈ ਉਹ ਰੇਟ ਤੇ ਆਪਣੇ ਖਰਚੇ ਇਨਕਰੀਜ਼ ਨਹੀਂ ਹੋ ਰਹੇ ਹੈਗੇ ਦੇਖੋ ਜੋ ਆਪਣੀ ਇਨਕਮ ਆ ਉਹਦੇ ਵਿੱਚ 10 ਦਾ ਗੈਪ ਆ ਤੇ 10 ਦਾ ਜੋ ਆਪਣਾ C ਆ ਉਹਦੇ ਵਿੱਚ ਕਿੰਨਾ 5 ਦਾ ਗੈਪ ਆ ਤਾਂ ਕਹਿੰਦੇ ਇੱਕ ਲੈਵਲ ਤੋਂ ਬਾਅਦ ਜਾ ਕੇ ਆਪਾਂ ਕੀ ਆ ਵੀ ਕਹਿੰਦੇ ਆਪਣੇ ਖਰਚੇ ਨੇ ਘਟ ਜਾਂਦੇ ਨੇ ਇਨਕਮ ਦੇ ਨਾਲ ਉਹਦਾ ਮਤਲਬ ਕੀ ਹੈ ਵੀ ਕੁਝ ਪਾਰਟ ਆਪਾਂ ਕੀ ਹੈ ਜੀ ਸੇਵ ਕਰਨਾ ਸਟਾਰਟ ਕਰ ਦਿੰਦੇ ਆ ਜਦੋਂ ਆਪਾਂ ਗ੍ਰਾਫ ਦੇ ਉੱਪਰ ਵੀ ਸ਼ੋ ਕਰ ਦਿੰਦੇ ਆ ਇੱਥੇ ਆਪਣੇ ਕੀ ਨੇ ਜੋ ਕੰਜ਼ੰਪਸ਼ਨ ਤੇ ਜਿਹੜੀ ਆਪਣੀ ਇਨਕਮ ਆ ਉਹ ਦੋਨੋਂ ਕੀ ਨੇ ਸੇਮ ਨੇ ਜਦੋਂ ਆਪਣੀ ਕੰਜ਼ੰਪਸ਼ਨ ਜ਼ਿਆਦਾ ਨੇ ਇਨਕਮ ਘੱਟ ਆ ਤਾਂ ਉੱਥੇ ਆਪਣੀ ਜਿਹੜੀ ਸੇਵਿੰਗ ਆ ਨੈਗੇਟਿਵ ਆ ਜਦੋਂ ਆਪਣੀ ਇਨਕਮ ਜ਼ਿਆਦਾ ਹੋਊਗੀ ਸੇਵਿੰਗ ਘੱਟ ਹੋਊਗੀ ਤਾਂ ਮਤਲਬ ਜਿਹੜੀ ਆਪਣੀ ਕੰਜ਼ੰਪਸ਼ਨ ਆ ਉਹ ਘੱਟ ਹੋਊਗੀ ਤਾਂ ਆਪਣੀ ਉੱਥੇ ਕੀ ਹੈ ਜੀ ਸੇਵਿੰਗ ਹੋਣੀ ਸਟਾਰਟ ਹੋਊਗੀ ਜਦੋਂ ਕੰਜ਼ੰਪਸ਼ਨ ਜ਼ਿਆਦਾ ਆ ਇਨਕਮ ਘੱਟ ਆ ਜੀ ਤਾਂ ਆਪਣੀ ਸੇਵਿੰਗ ਨੈਗੇਟਿਵ ਹੋਊਗੀ ਜਦੋਂ ਆਪਣੀ ਇਨਕਮ ਜ਼ਿਆਦਾ ਆ ਤੇ ਆਪਣੀ ਜਿਹੜੀ ਕੰਜ਼ੰਪਸ਼ਨ ਆ ਉਹ ਰਿਡਿਊਸ ਹੋ ਗਈ ਇੱਥੇ ਦੇਖੋ 60 ਆਪਣੀ ਇਨਕਮ ਆ ਤੇ 55 ਆਪਣਾ ਕੀ ਹੈ ਕੰਜ਼ੰਪਸ਼ਨ ਆ ਤਾਂ ਇੱਥੇ ਆਪਣੀ ਸੇਵਿੰਗ ਹੋ ਰਹੀ ਆ ਵੀ ਆਪਣੀ ਜਿਹੜੀ 5 ਆ ਉਹ ਆਪਣੀ ਸੇਵਿੰਗ ਆ ਤਾਂ ਇੱਥੇ ਸੇਵਿੰਗ ਆਪਣੀ ਕੀ ਹੋ ਜਾਂਦੀ ਹੈ ਜੀ ਪੋਜ਼ਿਟਿਵ ਦੇ ਵਿੱਚ ਹੋ ਜਾਂਦੀ ਹੈ ਫਿਰ ਆਪਾਂ ਇਨਕਮ ਸ਼ੋ ਕਰ ਦਿੰਦੇ ਆ ਜਦੋਂ ਗ੍ਰਾਫ ਬਣਾਉਣੇ ਜਿਹਦੀ ਪ੍ਰੈਜੈਂਟੇਸ਼ਨ ਦਿੰਦੇ ਆ ਦੇਖੋ ਆਪਣਾ ਕੀ ਆ ਕੰਜ਼ੰਪਸ਼ਨ ਆ ਜਾਂਦੀ ਆ ਜੋ ਇਨਕਮ ਦੇ ਅਕੋਰਡਿੰਗ ਇੱਥੇ ਆਪਾਂ ਨੂੰ ਕੀ ਆ ਸ਼ੋ ਕਰ ਰਹੇ ਹਾਂ ਵੀ ਆਪਣੇ ਇਨਕਮ ਦੇ ਲੈਵਲ ਦੇ ਅਕੋਰਡਿੰਗ ਆਪਾਂ ਕਿੰਨਾ ਖਰਚਾ ਕਰ ਰਹੇ ਹਾਂ ਇਸ ਤੋਂ ਬਾਅਦ ਕਰਾਂਗੇ ਜੀ ਆਪਾਂ ਸਲੋਪ ਆਫ C ਲਾਈਨ ਤੇ ਆਪਣਾ ਜਿਹੜਾ ਕੰਜ਼ੰਪਸ਼ਨ ਫੰਕਸ਼ਨ ਉਹ ਆਪਾਂ ਨੂੰ ਕਿਹਦੇ ਬਾਰੇ ਦੱਸਦਾ ਠੀਕ ਹੈ ਜੀ ਤਾਂ ਕਹਿੰਦੇ ਆਪਣੇ ਕੀ ਆ ਮੈਥਡ ਕਰਦਾ ਇੱਕ ਰੇਸ਼ੋ ਬਾਰੇ ਦੱਸਦਾ ਕਿਹਦੇ ਬਿਟਵੀਨ ਰੇਸ਼ੋ ਆਪਣੇ ਕਿਹਦੇ ਬਿਟਵੀਨ ਆਉਂਦੀ ਆ ਚੇਂਜ ਇਨ ਕੰਜ਼ੰਪਸ਼ਨ ਐਂਡ ਚੇਂਜ ਇਨ ਇਨਕਮ ਜਿਹਨੂੰ ਆਪਾਂ ਹੋਰ ਕੀ ਕਹਿੰਦੇ ਆ ਜੀ MPC ਵੀ ਕਹਿੰਦੇ ਆ MPC ਆਪਣਾ ਕੀ ਆ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਕਹਿੰਦੇ ਵੀ ਜਿਹੜਾ ਆਪਣਾ ਸਲੋਪ ਆਫ C ਲਾਈਨ ਆ ਜੋ ਕੰਜ਼ੰਪਸ਼ਨ ਫੰਕਸ਼ਨ ਉਹ ਆਪਾਂ ਨੂੰ ਕਿਹਦੇ ਬਾਰੇ ਦੱਸਦਾ ਵਾ MPC ਬਾਰੇ ਦੱਸਦਾ ਵਾ ਠੀਕ ਹੈ ਜੀ MPC ਬਾਰੇ ਦੱਸਦਾ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਜਿਹਦਾ ਆਪਣਾ ਕੀ ਆ ਫਾਰਮੂਲਾ ਕੀ ਹੁੰਦਾ ਜੀ ਆਪਣਾ ਚੇਂਜ ਇਨ ਕੰਜ਼ੰਪਸ਼ਨ ਅਪੋਨ ਚੇਂਜ ਇਨ ਇਨਕਮ ਵੀ ਆਪਣੀ ਇਨਕਮ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਆਪਣਾ ਕੰਜ਼ੰਪਸ਼ਨ ਜਿਹੜੇ ਐਕਸਪੈਂਡੀਚਰ ਨੇ ਉਹਨਾਂ ਦੇ ਵਿੱਚ ਕਿੰਨਾ ਚੇਂਜ ਆਏਗਾ ਜੋ ਆਪਣੀ ਕੰਜ਼ੰਪਸ਼ਨ ਕਰ ਰਹੇ ਹਾਂ ਉਹਦੇ ਵਿੱਚ ਕਿੰਨਾ ਚੇਂਜ ਆ ਰਿਹਾ ਵਾ ਤਾਂ ਉਹ ਆਪਣਾ ਕੀ ਹੁੰਦਾ ਜੀ MPC ਹੁੰਦਾ ਤਾਂ ਇਸ ਕਰਕੇ ਵੀ ਜਿਹੜਾ ਆਪਣਾ C ਲਾ ਮਤਲਬ ਸਲੋਪ ਆਫ C ਲਾਈਨ ਆ ਜੋ ਕੰਜ਼ੰਪਸ਼ਨ ਫੰਕਸ਼ਨ ਆ ਉਹ ਆਪਾਂ ਨੂੰ ਕਿਹਦੇ ਬਾਰੇ ਦੱਸਦਾ ਵਾ MPC ਬਾਰੇ ਦੱਸਦਾ ਵਾ MPC ਕਿਵੇਂ ਕੈਲਕੂਲੇਟ ਕਰਾਂਗੇ ਤਾਂ ਦੇਖੋ ਜਿਹੜੀ ਆਪਣੀ ਇੱਥੇ ਕਿਤੇ ਵੀ ਲੈ ਸਕਦੇ ਹੋ ਐਗਜ਼ਾਮਪਲ ਵੀ ਜਿਹੜੀ ਆਪਣੀ ਇਨਕਮ ਆ ਉਹਦੇ ਵਿੱਚ ਕਿੰਨਾ ਵਾਲਾ ਚੇਂਜ ਆਇਆ ਆਪਣੇ ਕੋਲੇ 10 ਦਾ ਜੀ ਤੇ ਜਿਹੜਾ ਆਪਣਾ ਚੇਂਜ ਇਨ ਕੰਜ਼ੰਪਸ਼ਨ ਉਹਦੇ ਵਿੱਚ ਕਿੰਨਾ ਚੇਂਜ ਆਇਆ ਆਪਣੇ ਕੋਲੇ 5 ਦਾ ਤਾਂ ਮਤਲਬ 0.5 ਆਪਣਾ ਕੀ ਆ MPC ਆ ਵੀ ਜਿਹੜੀ ਆਪਣੀ 10 ਨਾਲ ਇਨਕਮ ਇਨਕਰੀਜ਼ ਹੋ ਰਹੀ ਆ ਤਾਂ ਉਹਦੇ ਵਿੱਚੋਂ ਆਪਣਾ ਜਿਹੜਾ 50% ਆ ਉਹ ਆਪਾਂ ਕੀ ਕਰ ਰਹੇ ਹਾਂ ਜੀ ਕੰਜ਼ੰਪਸ਼ਨ ਕਰ ਰਹੇ ਹਾਂ ਜੇ 50% ਕੰਜ਼ੰਪਸ਼ਨ ਕਰ ਰਹੇ ਹਾਂ ਤਾਂ 50% ਆਪਣੀ ਕੀ ਹੋਊਗੀ ਜੀ ਸੇਵਿੰਗ ਹੋਊਗੀ ਇਸ ਕਰਕੇ ਜਿਹੜਾ ਸਲੋਪ ਆਫ C ਲਾਈਨ ਆ ਉਹ ਆਪਾਂ ਨੂੰ ਕਿਹਦੇ ਬਾਰੇ ਦੱਸਦਾ ਵਾ MPC ਬਾਰੇ ਦੱਸਦਾ ਵਾ ਉਸ ਤੋਂ ਬਾਅਦ ਤਾਂ ਦੇਖੋ ਇਹਦੇ ਵਿੱਚ ਵੀ ਡਾਇਗਰਾਮ ਦੇ ਥਰੂ ਸਮਝਾ ਸਕਦੇ ਹਾਂ ਜੋ ਆਪਾਂ ਇਹ ਚੀਜ਼ ਦੀ ਆ ਜਿਹੜਾ ਆਪਣੇ ਕਨਸੈਪਟ ਕਰਿਆ ਵਾ ਵੀ ਜਦੋਂ ਆਪਣੀ ਇਨਕਮ ਮਤਲਬ ਕੀ ਸੀ 40 ਦੀ ਤਾਂ ਆਪਣੇ ਕੋਲੇ 40 ਮਤਲਬ ਕੀ ਸੀ ਕੰਜ਼ੰਪਸ਼ਨ ਆਪਾਂ ਕਿੰਨਾ ਕਰ ਰਹੇ ਸੀ 45 ਦਾ ਤੇ ਇੱਥੇ ਤੁਸੀਂ ਮਤਲਬ ਐਗਜ਼ਾਮਪਲ ਲੈ ਕੇ ਸਮਝਾ ਸਕਦੇ ਹੋ ਤੇ ਇਸ ਤੋਂ ਬਾਅਦ ਵੀ ਆਪਣੀ ਜਿਹੜੀ ਇਨਕਮ ਆ 50 ਤੋਂ 60 ਹੋ ਗਈ ਤੇ ਜਿਹੜੇ ਆਪਣੇ ਖਰਚੇ ਨੇ ਉਹ ਆਪਣੇ ਕਿੰਨੇ 50 ਤੋਂ ਕਿੰਨੇ ਹੋ ਗਏ ਜੀ 55 ਹੋ ਗਏ ਤਾਂ ਇਹਨਾਂ ਦੇ ਵਿੱਚ ਜਿਹੜਾ ਚੇਂਜ ਆਇਆ ਉਹ ਫਾਰਮੂਲਾ ਅਪਲਾਈ ਕਰਕੇ ਤੁਸੀਂ MPC ਕੈਲਕੂਲੇਟ ਕਰ ਸਕਦੇ ਹੋ ਹੁਣ ਕਹਿੰਦੇ ਉਸ ਤੋਂ ਬਾਅਦ ਆਪਣੇ ਦੋ ਮੇਨ ਕਨਸੈਪਟ ਨੇ ਇੱਕ APC ਆ ਇੱਕ ਆਪਣੇ ਕੋਲ ਕੀ ਹੈ ਜੀ MPC ਹੈ ਠੀਕ ਹੈ ਤਾਂ ਕਹਿੰਦੇ ਜਿਹੜਾ ਆਪਣਾ APC ਆ ਇਹ ਆਪਾਂ ਨੂੰ ਦੱਸਦਾ ਵਾ ਐਵਰੇਜ ਬਾਰੇ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ੂਮ ਠੀਕ ਹੈ ਜੀ ਇਹਦੇ ਵਿੱਚ ਹੁਣ ਕਹਿੰਦੇ ਜਿਹੜਾ ਆਪਣਾ APC ਤੇ MPC ਦੋਨਾਂ ਕਨਸੈਪਟਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕੰਜ਼ੰਪਸ਼ਨ ਐਂਡ ਇਨਕਮ ਦੀ ਬਟ ਕਹਿੰਦੇ ਫਿਰ ਵੀ ਦੋਨਾਂ ਦੇ ਵਿੱਚ ਕੀ ਆ ਡਿਫਰੈਂਟ ਆ ਜੋ ਆਪਣਾ APC ਆ ਇਹ ਆਪਾਂ ਨੂੰ ਦੱਸਦਾ ਵਾ ਟੋਟਲ ਕੰਜ਼ੰਪਸ਼ਨ ਅਪੋਨ ਟੋਟਲ ਇਨਕਮ ਬਾਰੇ ਤੇ ਜਿਹੜਾ ਆਪਣਾ MPC ਆ ਉਹਦੇ ਵਿੱਚ ਦੱਸਦਾ ਵਾ ਚੇਂਜ ਇਨ ਕੰਜ਼ੰਪਸ਼ਨ ਅਪੋਨ ਚੇਂਜ ਇਨ ਇਨਕਮ ਜਿਹੜਾ ਆਪਣਾ APC ਕੈਲਕੂਲੇਟ ਕਰਦਾ ਹਾਂ ਟੋਟਲ ਕੰਜ਼ੰਪਸ਼ਨ ਮੰਨ ਲਓ ਆਪਣਾ ਕਿੰਨਾ ਵਾ ਜੀ 55 ਤੇ ਆਪਣੀ ਉਸ ਲੈਵਲ ਤੇ ਇਨਕਮ ਕਿੰਨੀ ਹੈ ਜੀ ਆਪਣੇ ਕੋਲੇ 60 ਆਪਾਂ ਇਹ ਕੈਲਕੂਲੇਟ ਕਰ ਸਕਦੇ ਹਾਂ ਜਿਹੜਾ ਆਪਣਾ ਜੋ ਕਿੰਨਾ ਹੋਊਗਾ ਜੀ 0.92 ਆ ਜਾਊਗਾ ਜੀ ਤਾਂ ਜਿਹੜਾ ਆਪਣਾ APC ਹੈ ਇਹ ਦੱਸਦਾ ਟੋਟਲ ਕੰਜ਼ੰਪਸ਼ਨ ਅਪੋਨ ਟੋਟਲ ਇਨਕਮ ਬਾਰੇ ਕਿਤੋਂ ਵੀ ਕੈਲਕੂਲੇਟ ਕਰ ਸਕਦੇ ਹਾਂ 35
अपना ਜਿਹੜਾ ਕੰਜ਼ੰਪਸ਼ਨ ਅਪਨ 20 40 ਅਪਨ 30 ਇਸ ਤਰ੍ਹਾਂ ਤੇ ਜਿਹੜਾ ਆਪਣਾ ਐਨਪੀਸੀਆਈ ਗੱਲ ਕਰਦੇ ਆ ਇਹਦੇ ਵਿੱਚ ਚੇਂਜ ਇਨ ਕੰਜ਼ੰਪਸ਼ਨ ਤੇ ਆਪਣਾ ਜਿਹੜਾ ਚੇਂਜ ਇਨ ਇਨਕਮ ਹੈ। ਤਾਂ ਹੁਣ ਇਸ ਤੋਂ ਬਾਅਦ ਕਿਤੇ ਵੀ ਜਿਹੜਾ ਆਪਣਾ ਇੱਕ ਕਨਸੈਪਟ ਆ ਇੰਪੋਰਟੈਂਟ ਆ ਪੇਪਰ ਦੇ ਲਈ ਵੀ ਦੋਨਾਂ ਦੇ ਵਿੱਚੋਂ ਜਿਹੜਾ ਐਨਪੀਸੀ ਆ ਤੇ ਜਿਹੜਾ ਆਪਣਾ ਏਪੀਸੀ ਆ ਇੱਕ ਤੋਂ ਜ਼ਿਆਦਾ ਇਹਨਾਂ ਵਿੱਚੋਂ ਕਿਹੜਾ ਕਨਸੈਪਟ ਹੋ ਸਕਦਾ ਵੀ ਇਹਨਾਂ ਦੋਨਾਂ ਦੇ ਵਿੱਚੋਂ ਐਮਪੀਸੀ ਤੇ ਏਪੀਸੀ ਦੇ ਵਿੱਚੋਂ ਇੱਕ ਤੋਂ ਜ਼ਿਆਦਾ ਕਿਹਦੀ ਵੈਲਿਊ ਹੋ ਸਕਦੀ ਹੈ। ਤਾਂ ਦੇਖੋ ਜਿਹਦਾ ਆਪਣਾ ਏਪੀਸੀ ਆ ਇਹਦੀ ਆਪਣੀ ਇੱਕ ਤੋਂ ਵੈਲਿਊ ਜ਼ਿਆਦਾ ਹੋ ਸਕਦੀ ਹੈ, ਐਮਪੀਸੀ ਕਦੇ ਵੀ ਇੱਕ ਤੋਂ ਜ਼ਿਆਦਾ ਨਹੀਂ ਹੋਊਗਾ ਇਹਦੇ ਵਿੱਚ ਕਿਉਂਕਿ ਆਪਾਂ ਗੱਲ ਕਰਦੇ ਹਾਂ ਚੇਂਜ ਦੀ, ਕਿਉਂਕਿ ਇਨਕਮ ਦੇ ਚੇਂਜ ਹੋਣ ਦੇ ਨਾਲ ਉਹਨਾਂ ਖਰਚਿਆਂ 'ਚ ਚੇਂਜ ਨਹੀਂ ਆ ਰਹੇ ਕਿਉਂਕਿ ਜਿਹੜੇ ਰੇਟ ਤੇ ਇਨਕਮ ਇੰਕਰੀਜ਼ ਹੁੰਦੀ ਉਹ ਰੇਟ ਤੇ ਖਰਚਾ ਇੰਕਰੀਜ਼ ਨਹੀਂ ਹੁੰਦਾ ਹੈਗਾ। ਤਾਂ ਇਹ ਆਪਣਾ ਕੀ ਹੈ ਲੈਸ ਦੈਨ ਕੀ ਹੈ 1 ਰਹਿੰਦਾ। ਬਟ ਜਦੋਂ ਆਪਣਾ ਏਪੀਸੀ ਆ ਇਹ 1 ਜਾਂ 1 ਤੋਂ ਜ਼ਿਆਦਾ ਹੋ ਸਕਦਾ, ਕਦੋਂ ਜ਼ਿਆਦਾ ਹੋਊਗਾ ਜੀ ਜਦੋਂ ਆਪਣੇ ਜਿਹੜੇ ਕੰਜ਼ੰਪਸ਼ਨ ਐਕਸਪੈਂਡੀਚਰ ਨੇ ਉਹ ਇਨਕਮ ਦੇ ਨਾਲੋਂ ਕੀ ਨੇ ਜ਼ਿਆਦਾ ਨੇ। ਤਾਂ ਉਸ ਕੇਸ ਦੇ ਵਿੱਚ ਜਿਹੜਾ ਆਪਣਾ ਏਪੀਸੀ ਉਹ ਜ਼ਿਆਦਾ ਹੋ ਸਕਦਾ, ਜਿਵੇਂ ਹੁਣ ਇੱਥੇ ਆਪਾਂ ਦੇਖ ਲੈਂਦੇ ਇਹਨੂੰ ਕੈਲਕੂਲੇਟ ਕਰਕੇ ਜਿਹੜਾ ਆਪਣਾ ਸੀ ਆ ਉਹ ਕਿੰਨਾ ਜੀ 35 ਆ ਤੇ ਉਸ ਕੇਸ ਦੇ ਵਿੱਚ ਜਿਹੜੀ ਆਪਣੀ ਇਨਕਮ ਆ ਉਹ ਕਿੰਨੀ ਆ 20 ਆ। ਤਾਂ ਜਦੋਂ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ ਤਾਂ ਜਿਹੜਾ ਆਪਣਾ ਆਨਸਰ 1 ਤੋਂ ਕੀ ਆਊਗਾ ਜੀ ਜ਼ਿਆਦਾ ਆਊਗਾ। ਡਿਵਾਈਡ ਕਰਕੇ ਕਿੰਨਾ ਆ ਗਿਆ ਜੀ 1.75 ਆ ਗਿਆ। ਤਾਂ ਇਸ ਕੇਸ 'ਚ ਏਪੀਸੀ ਦੀ ਵੈਲਿਊ ਕੀ ਹੋਗੀ 1 ਤੋਂ ਜ਼ਿਆਦਾ ਹੋਗੀ। ਤਾਂ ਇਹ ਕਨਸੈਪਟ ਆ ਸਕਦਾ ਜੋ ਪੇਪਰ ਦੇ ਲਈ ਇੰਪੋਰਟੈਂਟ ਆ ਵੀ ਇਹਨਾਂ ਦੇ ਵਿੱਚ 1 ਤੋਂ ਵੈਲਿਊ ਕਿਹੜੀ ਜ਼ਿਆਦਾ ਹੋ ਸਕਦੀ ਹੈ। ਤਾਂ ਏਪੀਸੀ ਦੀ ਹੋ ਸਕਦੀ ਹੈ ਓਰੀਜਨਲ ਲਿਖਣਾ ਤੋਂ ਇਹ ਵੀ ਕਦੋਂ ਹੋ ਸਕਦੀ ਆ ਜਦੋਂ ਆਪਣੀ ਕੰਜ਼ੰਪਸ਼ਨ ਇਨਕਮ ਦੇ ਨਾਲੋਂ ਕੀ ਹੋਊਗੀ ਜ਼ਿਆਦਾ ਹੋਊਗੀ। ਉਸ ਕੇ ਦੇ ਵਿੱਚ ਜਿਹੜਾ ਆਪਣਾ ਏਪੀਸੀ ਉਹ ਗ੍ਰੇਟਰ ਦੈਨ 1 ਹੋ ਸਕਦਾ। ਤਾਂ ਏਪੀਸੀ ਆਪਣਾ ਗ੍ਰੇਟਰ ਦੈਨ 1 ਨਹੀਂ ਹੁੰਦਾ, ਦੇਖੋ ਆਪਾਂ ਦੇਖ ਵੀ ਸਕਦੇ ਹਾਂ ਇਹ 'ਚ 5 ਦਾ ਚੇਂਜ ਆ ਰਿਹਾ ਇਹ 'ਚ 10 ਦਾ। ਤਾਂ 5/10 0.5 ਉਸ ਤੋਂ ਬਾਅਦ ਫਿਰ ਕਿਹਦਾ ਦਾ ਗੈਪ ਆ ਜੀ ਆਪਣੇ ਕੋਲੇ 5 ਦਾ ਤੇ ਇਨਕਮ ਦੇ ਵਿੱਚ ਕਿੰਨਾ ਚੇਂਜ ਆ 10 ਦਾ। ਤਾਂ 5/10 ਕਿੰਨਾ ਹੋਊਗਾ 0.5। ਇਸ ਕਰਕੇ ਏਪੀਸੀ ਆਪਣਾ ਗ੍ਰੇਟਰ ਦੈਨ 1 ਹੋ ਸਕਦਾ, ਐਮਪੀਸੀ ਨਹੀਂ ਹੁੰਦਾ ਜੀ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਕਰਿਆ ਸੀ ਜਿਹੜਾ ਸਲੋਪ ਆਫ ਸੀ ਲਾਈਨ ਆ ਜਿਹੜਾ ਆਪਣਾ ਕੰਜ਼ੰਪਸ਼ਨ ਫੰਕਸ਼ਨ ਆ ਉਹ ਆਪਾਂ ਨੂੰ ਐਮਪੀਸੀ ਬਾਰੇ ਦੱਸਦਾ ਵਾ ਨੋਟ ਏਪੀਸੀ ਬਾਰੇ। ਏਪੀਸੀ ਬਾਰੇ ਨਹੀਂ ਦੱਸਦਾ ਆਪਾਂ ਨੂੰ ਐਮਪੀਸੀ ਬਾਰੇ ਦੱਸਦਾ ਜੀ। ਉਸ ਤੋਂ ਬਾਅਦ ਕਰਾਂਗੇ ਜੀ ਆਪਾਂ ਅਲਜੈਬਰਿਕ ਪ੍ਰੈਜੈਂਟੇਸ਼ਨ ਆਫ ਸੀ ਫੰਕਸ਼ਨ ਦੀ ਅਲਜੈਬਰਿਕ ਦੇ ਵਿੱਚ ਆਪਾਂ ਨੂੰ ਕਿਵੇਂ ਲਿਖਦੇ ਆ। ਚਲੋ ਆਪਾਂ ਇਸ ਤਰ੍ਹਾਂ ਲਿਖਦੇ ਆ ਜੀ ਤੇ ਜਿਹੜਾ ਆਪਣਾ ਇੱਥੇ ਜਿਹੜਾ ਸੀ ਆ ਉਹਦਾ ਮਤਲਬ ਕੀ ਹੈ ਜੀ ਇੱਥੇ ਆਪਣਾ ਜੋ ਆਪਾਂ ਨੇ ਕੰਜ਼ੰਪਸ਼ਨ ਨੇ ਟੋਟਲ ਕੰਜ਼ੰਪਸ਼ਨ ਐਕਸਪੈਂਡੀਚਰ ਨੇ ਜਿਹੜੇ ਵੀ ਆਪਣੇ according to different level of income। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸੀ ਦੇ ਬਾਅਦ ਇਹਦਾ ਮਤਲਬ ਹੁੰਦਾ ਜੀ ਆਪਣਾ ਆਟੋਨੋਮਸ ਕੰਜ਼ੰਪਸ਼ਨ। ਆਟੋਨੋਮਸ ਕੰਜ਼ੰਪਸ਼ਨ ਕਿਹੜੀ ਹੁੰਦੀ ਹੈ ਜੀ ਆਪਣੇ ਪਹਿਲਾਂ ਵੀ ਕਰਿਆ ਵੀ ਜਦੋਂ ਦੀ ਇਨਕਮ 0 ਆ ਉਸ ਟਾਈਮ ਜੋ ਆਪਾਂ ਖਰਚਾ ਕਰ ਰਹੇ ਹਾਂ ਜਾਂ ਰੈਡੀ ਖਰਚਾ ਕਰਨ ਰੈਡੀ ਆ ਤਾਂ ਉਹ ਆਪਣਾ ਖਰਚਾ ਕਰਨਾ ਚਾਹੁੰਦੇ ਹਾਂ ਜੀ ਉਹ ਆਪਣਾ ਕੀ ਹੈ ਆਟੋਨੋਮਸ ਕੀ ਹੋਊਗਾ ਜੀ ਕੰਜ਼ੰਪਸ਼ਨ ਹੋਊਗਾ। ਤੇ ਜਿਹੜਾ ਆਪਣਾ ਬੀ ਪੈਰਾਮੀਟਰ ਹੈ ਇਹਦਾ ਮਤਲਬ ਹੁੰਦਾ ਜੀ ਆਪਣਾ ਐਮਪੀਸੀ। ਠੀਕ ਹੈ ਜੀ ਮਤਲਬ ਇਹਦੇ ਬਾਰੇ ਦੱਸਦਾ ਹੈ ਚੇਂਜ ਇਨ ਕੰਜ਼ੰਪਸ਼ਨ ਅਪਨ ਚੇਂਜ ਇਨ ਇਨਕਮ। ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਆਪਣਾ ਵਾਈ ਆ ਉਹ ਆਪਣੀ ਕੀ ਹੁੰਦੀ ਹੈ ਜੀ ਇਨਕਮ। ਤਾਂ ਆਪਾਂ ਇਹ ਫਾਰਮੂਲੇ ਥਰੂ ਕੈਲਕੂਲੇਟ ਕਰ ਸਕਦੇ ਹਾਂ ਜੀ ਆਪਣਾ ਡਿਫਰੈਂਟ ਇਨਕਮ ਦੇ ਲੈਵਲ ਅਕੋਰਡਿੰਗ ਆਪਾਂ ਕਿੰਨਾ ਖਰਚਾ ਕਰ ਰਹੇ ਹਾਂ। ਦੇਖੋ ਜੀ ਜਿਹੜਾ ਸੀ ਆ ਹੁਣ ਆਪਾਂ ਨੇ ਕੈਲਕੂਲੇਟ ਕਰਨਾ ਵੀ ਜੋ ਇਨਕਮ ਦੇ ਅਕੋਰਡਿੰਗ ਆਪਣਾ ਕਿੰਨਾ ਖਰਚਾ ਹੋਊਗਾ ਇਹਦੇ ਥਰੂ ਆਪਾਂ ਕਰਾਂਗੇ। ਤਾਂ ਸੀ ਜਿਹੜਾ ਆਪਣਾ ਸੀ ਦੇ ਉੱਪਰ ਵਾਰ ਦਾ ਮਤਲਬ ਕੀ ਹੈ ਆਟੋਨੋਮਸ ਕੰਜ਼ੰਪਸ਼ਨ। ਠੀਕ ਹੈ ਜੀ ਆਪਣੀ ਆਟੋਨੋਮਸ ਕੰਜ਼ੰਪਸ਼ਨ। ਹੁਣ ਆਪਾਂ ਜੀ ਜਿਵੇਂ ਕੰਜ਼ੰਪਸ਼ਨ ਕੈਲਕੂਲੇਟ ਕਰਨੀ ਹੈ ਕੈਲਕੂਲੇਟ ਕਰ ਸਕਦੇ ਹਾਂ। ਜਿਵੇਂ ਇੱਥੇ ਸੀ ਦੇ ਉੱਪਰ ਵਾਰ ਮਤਲਬ ਆਟੋਨੋਮਸ ਕੰਜ਼ੰਪਸ਼ਨ ਆ ਤਾਂ ਕਿੰਨੀ ਆਪਣੀ ਇੱਥੇ 25। ਜੋ ਆਪਣਾ ਬੀ ਆ ਬੀ ਆਪਾਂ ਨੇ ਕਿਹਾ ਸੀ ਐਨਪੀਸੀ ਉਹ ਕੈਲਕੂਲੇਟ ਕਰ ਸਕਦੇ ਹਾਂ ਕਿੰਨੇ ਦਾ ਚੇਂਜ ਹੈ ਸੀ ਦੇ ਵਿੱਚ ਆਪਣੇ ਕੋਲ ਜੀ 5 ਦਾ। ਇਨਕਮ ਦੇ ਵਿੱਚ ਕਿੰਨਾ ਚੇਂਜ ਆਇਆ 10 ਦਾ। 0.5 ਆਪਣੇ ਕੋਲ ਕੀ ਆ ਗਿਆ ਜੀ ਐਨਪੀਸੀ। ਤਾਂ ਐਨਪੀਸੀ ਕਿੰਨਾ ਆਪਣੇ ਕੋਲ 0.5 ਤੇ ਵਾਈ ਆਪਣੀ ਹੈਗੀ ਹੈ ਇਨਕਮ। ਠੀਕ ਹੈ ਜਦੋਂ ਆਪਾਂ ਦੇਖਣਾ ਵੀ ਜਦੋਂ ਇਨਕਮ 0 ਆਪਾਂ ਕਿੰਨਾ ਖਰਚਾ ਕਰ ਰਹੇ ਹਾਂ ਤਾਂ ਆਪਣੇ ਟੋਟਲ ਕੰਜ਼ੰਪਸ਼ਨ ਕੈਲਕੂਲੇਟ ਕਰਨਾ ਤਾਂ ਆਪਣੇ ਕੋਲ ਆ ਗਿਆ 25 ਤਾਂ 0.5 ਨੂੰ 0 ਨਾਲ ਮਲਟੀਪਲੀ ਕਰਾਂਗੇ ਤਾਂ 0 ਹੀ ਆਊਗਾ ਜੀ। ਤਾਂ ਆਪਣੇ ਕੋਲੇ ਸੀ ਕਿੰਨਾ ਆ ਗਿਆ ਆਪਣੇ ਕੋਲੇ ਜੀ 25 ਆ ਗਿਆ ਜਦੋਂ ਆਪਣੀ ਇਨਕਮ ਕੀ ਆ 0 ਹੈ। ਇਸ ਲਈ ਆਪਾਂ ਫਿਰ ਕੈਲਕੂਲੇਟ ਕਰ ਸਕਦੇ ਹਾਂ। ਤਾਂ ਦੇਖੋ ਜਿਵੇਂ ਆਪਣੇ ਆਟੋਨੋਮਸ ਕੰਜ਼ੰਪਸ਼ਨ ਕਿੰਨਾ ਆਪਣਾ 25 ਹੈ ਜੀ ਤੇ ਐਨਪੀਸੀ ਕਿੰਨਾ ਆਪਣਾ 0.5 ਤੇ ਜਿਹੜੀ ਆਪਣੀ ਇਨਕਮ ਉਹ ਕਿੰਨੀ ਹੈਗੀ ਹੈ 20। ਤਾਂ ਆਪਣੇ ਕੋਲੇ ਕਿੰਨਾ ਆਊਗਾ ਜੀ
10 ਆ ਜਾਊਗਾ ਤਾਂ ਆਪਣੇ ਕੋਲ ਕਿੰਨਾ ਆ ਗਿਆ 35 ਆ ਗਿਆ ਵੀ ਜਦੋਂ ਆਪਣੀ ਇਨਕਮ 20 ਆ ਤਾਂ ਆਪਣੇ ਜਿਹੜੇ ਕੰਜ਼ੰਪਸ਼ਨ ਐਕਸਪੈਂਡੀਚਰ ਨੇ ਉਹ ਕਿੰਨੇ ਜੀ ਆਪਣੇ 35 ਤਾਂ ਇਸ ਤਰ੍ਹਾਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਤਾਂ ਜਿਹੜਾ ਆਪਣਾ ਜੈਬਰਿਕ ਪ੍ਰੈਜੈਂਟੇਸ਼ਨ ਨੂੰ ਆਪਾਂ ਇਸ ਤਰੀਕੇ ਨਾਲ ਲਿਖਦੇ ਹਾਂ। ਤੇ ਹਾਂਜੀ ਉਮੀਦ ਕਰਦੇ ਹਾਂ ਵੀ ਜੋ ਅੱਜ ਆਪਾਂ ਨੇ ਕਨਸੈਪਟ ਕਰਨੇ ਤੁਹਾਨੂੰ ਸਾਰੇ ਕਲੀਅਰ ਹੋ ਗਏ ਹੋਣਗੇ ਜੀ। ਤਾਂ ਜੋ ਆਪਣਾ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਥੈਂਕ ਯੂ।